ਵੈਲਕਮ ਟੂ ਐਕਸੀਲਰੇਟਰ ਕਲਾਸਿਸ। ਜਿਵੇਂ ਕਿ ਅਸੀਂ ਲਾਸਟ ਕਲਾਸ ਦੇ ਵਿੱਚ ਇਲੈਕਟ੍ਰੋਸਟੈਟਿਕ ਦੀ ਡੈਫੀਨੇਸ਼ਨ ਦੇਖ ਚੁੱਕੇ ਹਾਂ, ਅਸੀਂ ਉਹਦੀ ਇੰਟਰੋਡਕਸ਼ਨ ਦੇਖ ਚੁੱਕੇ ਹਾਂ। ਅੱਜ ਅਸੀਂ ਇਸ ਕਲਾਸ ਦੇ ਵਿੱਚ ਇਲੈਕਟ੍ਰੋਸਟੈਟਿਕ ਦੇ ਬਾਰੇ ਕੁਝ ਜ਼ਿਆਦਾ ਪੜਾਂਗੇ ਤੇ ਉਹਦੀਆਂ ਮੈਥਮੈਟੀਕਲ ਇਕੁਏਸ਼ਨਸ ਵੀ ਬਣਾਉਣ ਦੀ ਕੋਸ਼ਿਸ਼ ਕਰਾਂਗੇ। ਸੋ ਅਸੀਂ ਇਸ ਇਲੈਕਟ੍ਰੋਸਟੈਟਿਕ ਨੂੰ ਸਮਝਣ ਵਾਸਤੇ, ਇਸ ਇਲੈਕਟ੍ਰਿਕ ਫੀਲਡ ਨੂੰ ਸਮਝਣ ਵਾਸਤੇ ਅਸੀਂ ਉਦਾਹਰਨ ਤੋਂ ਸ਼ੁਰੂ ਕਰਦੇ ਹਾਂ। ਮੰਨ ਲਓ ਸਾਡੇ ਕੋਲੋਂ ਕੋਈ ਪਾਰਟੀਕਲ ਆ। ਹੁਣ ਦੇਖੋ, ਜਦੋਂ ਵੀ ਅਸੀਂ ਇਲੈਕਟ੍ਰੋਸਟੈਟਿਕ ਦੇ ਵਿੱਚ ਪਾਰਟੀਕਲ ਦੀ ਗੱਲ ਕਰਾਂਗੇ ਤੇ ਪਾਰਟੀਕਲ ਕੌਣ ਹੋਏਗਾ? ਪਾਰਟੀਕਲ ਉਹ ਚੀਜ਼ ਹੋਏਗੀ ਜਿਹਦੇ ਉੱਪਰ ਚਾਰਜ ਹੋਏਗਾ, ਕਿਉਂਕਿ ਇਲੈਕਟ੍ਰਿਕ ਫੀਲਡ ਦਾ ਵਜੂਦ ਕੀ ਆ? ਇਲੈਕਟ੍ਰਿਕ ਫੀਲਡ ਦਾ ਵਜੂਦ ਇਹ ਆ ਕਿ ਕੋਈ ਇਹੋ ਜਿਹੀ ਬੋਡੀ ਜਿਹਦੇ ਉੱਪਰ ਚਾਰਜ ਵਾ, ਉਹਦੀ ਹੀ ਗੱਲ ਕਰਨੀ ਆ। ਤੇ ਮੈਂ ਕਹਿੰਦਾ ਕਿ ਮੇਰੇ ਕੋਲੋਂ ਇੱਕ ਪਾਰਟੀਕਲ ਆ, ਇੱਥੇ ਕੋਈ ਪਾਰਟੀਕਲ ਆ ਤੇ ਇਹਦੇ ਉੱਪਰ ਚਾਰਜ ਵਾ। ਅਸੀਂ ਕਹਿਤਾ ਕਿ ਇਹਦੇ ਉੱਪਰ ਪੋਜ਼ੀਟਿਵ ਚਾਰਜ ਆ, ਮੈਂ ਨੈਗੇਟਿਵ ਵੀ ਕਹਿ ਸਕਦਾ, ਪੋਜ਼ੀਟਿਵ ਵੀ ਕਹਿ ਸਕਦਾ। ਹੁਣ ਮੰਨ ਲਓ ਇਹਨੂੰ ਮੈਂ ਕੀ ਆ, ਏ ਵਾਲੀ ਜਗ੍ਹਾ ਤੇ ਰੱਖਿਆ। ਜਦੋਂ ਇਹਨੂੰ ਮੈਂ ਏ ਵਾਲੀ ਜਗ੍ਹਾ ਤੇ ਰੱਖਿਆ ਤੇ ਮੈਂ ਦੇਖਿਆ ਕਿ ਇਹ ਕੀ ਆ, ਰੈਸਟ ਤੇ ਆ, ਤੇ ਮੈਂ ਇਸੇ ਚਾਰਜ ਨੂੰ ਚੁੱਕ ਕੇ ਬੀ ਵਾਲੀ ਜਗ੍ਹਾ ਤੇ ਲੈ ਗਿਆ। ਤੇ ਜਦੋਂ ਮੈਂ ਇਹਨੂੰ ਬੀ ਵਾਲੀ ਜਗ੍ਹਾ ਤੇ ਲੈ ਗਿਆ ਤੇ ਮੈਂ ਇਹ ਗੱਲ ਨੋਟ ਕੀਤੀ ਕਿ ਇਹ ਕੀ ਆ, ਇਹ ਮੂਵ ਕਰਨਾ ਸਟਾਰਟ ਕਰ ਗਿਆ। ਤੇ ਜਦੋਂ ਮੈਂ ਇਹਨੂੰ ਸੀ ਵਾਲੀ ਜਗ੍ਹਾ ਤੇ ਲੈ ਗਿਆ ਤੇ ਮੈਂ ਦੇਖਿਆ ਕਿ ਇਹ ਜਿਹੜਾ ਚਾਰਜ ਵਾ ਹੋਰ ਜ਼ਿਆਦਾ ਤੇਜ਼ੀ ਨਾਲ ਮੂਵ ਕਰਨ ਡਿਆ ਪਿਆ। ਮੈਂ ਇਦਾਂ ਵੀ ਕਹਿ ਸਕਦਾ ਕਿ ਇਹ ਸਲੋ ਮੂਵ ਕਰਨ ਡਿਆ ਪਿਆ। ਮਤਲਬ ਕੀ ਆ ਕਿ ਜਿੰਨਾ ਇੱਥੇ ਮੂਵ ਕਰ ਰਿਹਾ ਸੀ ਉਹਦੇ ਨਾਲੋਂ ਇੱਥੇ ਚੇਂਜ ਹੋ ਗਈ। ਹੁਣ ਇੱਥੇ ਹੋ ਕੀ ਰਿਹਾ ਵਾ? ਇੱਥੇ ਹੋ ਇਸ ਤਰੀਕੇ ਨਾਲ ਰਿਹਾ ਵਾ ਕਿ ਸ਼ਾਇਦ ਜਦੋਂ ਇਹ ਚਾਰਜ ਇੱਥੇ ਕੀ ਆ, ਆਪਾਂ ਪੜ੍ਹਿਆ ਸੀ ਕਿ ਰੈਸਟ ਤੇ ਆ, ਤੇ ਇਹਨਾਂ ਦੋਵਾਂ ਪੋਜੀਸ਼ਨਸ ਤੇ ਕੀ ਕਰਦਾ ਵਾ, ਚਾਰਜ, ਉਹੀ ਚਾਰਜ ਮੂਵ ਕਰਦਾ ਵਾ। ਤੇ ਇੱਥੇ ਮੂਵ ਕਰਨ ਦੀ ਵਜ੍ਹਾ ਕੀ ਆ? ਇੱਥੇ ਮੂਵ ਕਰਨ ਦੀ ਵਜ੍ਹਾ ਹੋ ਸਕਦੀ ਆ ਕਿ ਇਹਦੇ ਆਲੇ ਦੁਆਲੇ ਕੋਈ ਇਲੈਕਟ੍ਰਿਕ ਫੀਲਡ ਹੋਵੇ। ਤੇ ਇਲੈਕਟ੍ਰਿਕ ਫੀਲਡ ਕੀ ਆ? ਇਹਨੂੰ ਫੋਰਸ ਲਾਉਂਦਾ ਹੋਏਗਾ, ਜਾਂ ਉਹਨੂੰ ਅਟਰੈਕਟ ਕਰਦਾ ਹੋਏਗਾ, ਜਾਂ ਉਹਨੂੰ ਰਿਪੈਲ ਕਰਦਾ ਹੋਏਗਾ। ਮੇਰੇ ਕਹਿਣ ਦਾ ਮਤਲਬ ਆ ਕਿ ਅਸੀਂ ਇੱਕ ਪਾਰਟੀਕਲ ਨੂੰ, ਇੱਕ ਚਾਰਜ ਪਾਰਟੀਕਲ ਨੂੰ ਕਿਸੇ ਦੂਸਰੇ ਚਾਰਜ ਪਾਰਟੀਕਲ ਦੇ ਫੀਲਡ ਦੇ ਅੰਦਰ ਜਦੋਂ ਲੈ ਕੇ ਜਾਂਦੇ ਆ, ਤੇ ਜਦੋਂ ਅਸੀਂ ਫੀਲਡ ਤੋਂ ਬਾਹਰ ਆ ਤੇ ਪਾਰਟੀਕਲ ਰੈਸਟ ਤੇ ਆ, ਤੇ ਜਦੋਂ ਲੈ ਕੇ ਗਏ ਤੇ ਸਾਨੂੰ ਪਤਾ ਵਾ ਕਿ ਇਹ ਜਿਹੜਾ ਚਾਰਜ ਵਾ, ਸਾਡਾ ਜਿਹੜਾ ਟੈਸਟ ਚਾਰਜ ਆ, ਇਹਨੇ ਕੀ ਆ, ਮੂਵ ਕਰਨਾ ਵਾ, ਜਾਂ ਇਹਨੇ ਅਟਰੈਕਟ ਹੋਣਾ ਵਾ ਉਸ ਸੋਰਸ ਚਾਰਜ ਦੇ ਵੱਲ, ਤੇ ਜਾਂ ਇਹਨੇ ਰਿਪੈਲ ਹੋਣਾ ਵਾ ਉਸ ਸੋਰਸ ਚਾਰਜ ਤੋਂ, ਮਤਲਬ ਮੂਵ ਕਰਨਾ ਵਾ। ਤੇ ਹੁਣ ਮੂਵ ਜਿਹੜਾ ਕਰਨਾ ਵਾ ਉਹ ਦੂਰੋਂ ਹੀ ਕਰਨਾ ਵਾ, ਨੌਨ ਕੰਟੈਕਟ ਕਰਨਾ ਵਾ। ਤੇ ਅਸੀਂ ਇਸ ਕੇਸ ਦੇ ਵਿੱਚ ਦੇਖਦੇ ਹਾਂ ਕਿ ਇਹ ਜਿਹੜਾ ਚਾਰਜ ਪਾਰਟੀਕਲ ਵਾ, ਇਹ ਨੌਨ ਕੰਟੈਕਟ ਹੀ ਫੋਰਸ ਮਹਿਸੂਸ ਕਰਦਾ ਵਾ, ਫੀਲ ਕਰਦਾ ਵਾ। ਹੁਣ ਇਦਾਂ ਦੀ ਜਿਹੜੀ ਨੌਨ ਕੰਟੈਕਟ ਫੋਰਸ ਵਾ, ਉਹ ਅਸੀਂ ਹੋਰ ਕਿੱਥੇ ਵੇਖ ਚੁੱਕੇ ਹਾਂ? ਅਸੀਂ ਉਹ ਗ੍ਰੈਵੀਟੇਸ਼ਨਲ ਫੀਲਡ ਦੇ ਵਿੱਚ ਦੇਖ ਚੁੱਕੇ ਹਾਂ। ਗ੍ਰੈਵੀਟੇਸ਼ਨਲ ਫੀਲਡ ਦੇ ਵਿੱਚ ਨੌਨ ਕੰਟੈਕਟ ਫੋਰਸ ਕਿਵੇਂ ਲੱਗੀ? ਮੰਨ ਲਓ ਮੇਰੇ ਕੋਲੋਂ ਇੱਕ ਹੈ ਚੌਕ ਆ, ਤੇ ਮੈਂ ਚੌਕ ਨੂੰ ਛੱਡਦਾ ਤੇ ਇਹ ਕੀ ਆ, ਇਹ ਚੌਕ ਨੀਚੇ ਚਲੇ ਜਾਣਾ। ਤੇ ਅਸੀਂ ਕੀ ਕਹਿੰਦੇ ਆ? ਅਸੀਂ ਕਹਿੰਦੇ ਆ ਕਿ ਧਰਤੀ ਨੇ ਇਸ ਚੌਕ ਨੂੰ ਆਪਣੇ ਵੱਲ ਖਿੱਚ ਲਿਆ। ਤੇ ਇਹ ਜਿਹੜੀ ਫੋਰਸ ਸੀ, ਇਹ ਕਿਹੜੀ ਸੀ? ਨੌਨ ਕੰਟੈਕਟ ਫੋਰਸ ਸੀ। ਤੇ ਇੱਥੇ ਵੀ ਕੀ ਆ, ਇੱਥੇ ਵੀ ਨੌਨ ਕੰਟੈਕਟ ਫੋਰਸ ਆ। ਤੇ ਇਹਨਾਂ ਦੋਨਾਂ ਐਗਜ਼ਾਮਪਲਸ ਤੋਂ, ਇੱਕ ਚੌਕ ਵਾਲੀ ਤੇ ਇੱਕ ਇਸ ਚਾਰਜ ਪਾਰਟੀਕਲ ਵਾਲੀ, ਇਹਨਾਂ ਦੋਨਾਂ ਐਗਜ਼ਾਮਪਲਸ ਤੋਂ ਅਸੀਂ ਇੱਕ ਗੱਲ ਕਨਕਲੂਡ ਕਰਦੇ ਹਾਂ ਕਿ ਇਹਨਾਂ ਦੋਨਾਂ ਦੇ ਵਿੱਚ ਨੌਨ ਕੰਟੈਕਟ ਫੋਰਸ ਲੱਗਦੀ ਆ। ਤੇ ਇਹ ਨੌਨ ਕੰਟੈਕਟ ਫੋਰਸ ਲੱਗਦੀ ਕਦੋਂ ਆ? ਇਹ ਨੌਨ ਕੰਟੈਕਟ ਫੋਰਸ ਉਦੋਂ ਲੱਗਦੀ ਆ ਜਦੋਂ ਕੋਈ ਫੀਲਡ ਬਣਦਾ ਹੋਵੇ। ਤੇ ਚੌਕ ਵਾਲੇ ਕੇਸ ਦੇ ਵਿੱਚ ਕੀ ਸੀ? ਅਰਥ ਦਾ ਗ੍ਰੈਵੀਟੇਸ਼ਨਲ ਫੀਲਡ ਸੀ। ਤੇ ਇਸ ਕੇਸ ਦੇ ਵਿੱਚ ਕੀ ਆ? ਇਸ ਕੇਸ ਦੇ ਵਿੱਚ ਹੋ ਸਕਦਾ ਏ ਕਿ ਜਿਹੜਾ ਸੋਰਸ ਚਾਰਜ ਆ ਉਹਦਾ ਇਲੈਕਟ੍ਰਿਕ ਫੀਲਡ ਹੋਵੇ, ਕਿਉਂਕਿ ਇਹਦੇ ਵਿੱਚ ਕੀ ਆ, ਇਹਦੇ ਵਿੱਚ ਵੀ ਸੇਮ ਟਾਈਪ ਨਾਲ ਨੌਨ ਕੰਟੈਕਟ ਫੋਰਸ ਲੱਗਦੀ ਆ। ਸੋ ਇੱਥੇ ਅਸੀਂ ਚੀਜ਼ ਇੰਟਰੋਡਿਊਸ ਕਰ ਰਹੇ ਹਾਂ ਕਿ ਇਹ ਜਿਹੜੀ ਨੌਨ ਕੰਟੈਕਟ ਫੋਰਸ ਲੱਗਦੀ ਆ, ਇਹ ਕਿੱਥੇ ਲੱਗਦੀ ਆ? ਇਹ ਇਲੈਕਟ੍ਰਿਕ ਫੀਲਡ ਦੇ ਵਿੱਚ ਲੱਗਦੀ ਆ। ਹੁਣ ਅਸੀਂ ਇਹ ਵਰਡ ਕਿਵੇਂ ਲਿਆ ਗਿਆ? ਫੀਲਡ ਦਾ ਤੇ ਪਤਾ ਵਾ ਕਿ ਰੀਜ਼ਨ ਆ, ਕਿ ਇਟ ਇਜ਼ ਦਾ ਰੀਜ਼ਨ ਇਨ ਵਿਚ ਦਾ ਇਨਫਲੂਐਂਸ ਇਜ਼ ਮੈਕਸਿਮਮ। ਤੇ ਜਾਂ ਇਲੈਕਟ੍ਰਿਕ ਦੀ ਗੱਲ ਕਰੀਏ, ਇਲੈਕਟ੍ਰਿਕ ਸ਼ਬਦ ਤੇ ਇਲੈਕਟਰਾ ਤੋਂ ਆਇਆ। ਤੇ ਇਲੈਕਟਰਾ ਅਸੀਂ ਕਿਹਨੂੰ ਕਹਿੰਦੇ ਆ? ਚਾਰਜਡ ਬੋਡੀ ਨੂੰ। ਕਿ ਜਦੋਂ ਕਿਸੇ ਬੋਡੀ ਦੇ ਉੱਪਰ ਚਾਰਜ ਹੋ ਜਾਂਦਾ ਵਾ ਤਾਂ ਅਸੀਂ ਉਹਨੂੰ ਇਲੈਕਟ੍ਰੀਫਿਕੇਸ਼ਨ ਵੀ ਬੋਲਦੇ ਆ, ਜਿਵੇਂ ਅਸੀਂ ਲਾਸਟ ਕਲਾਸ ਦੇ ਵਿੱਚ ਕੀਤਾ ਸੀ। ਸੋ ਜਿਹੜਾ ਇਹ ਇਲੈਕਟ੍ਰਿਕ ਫੀਲਡ ਵਾ, ਇਹਦਾ ਵਜੂਦ ਕੀ ਆ? ਇਹਦਾ ਵਜੂਦ ਵਾ ਚਾਰਜ। ਚਾਰਜ ਤੋਂ ਬਿਨਾਂ ਇਹ ਇਲੈਕਟ੍ਰਿਕ ਫੀਲਡ ਨਹੀਂ ਬਣਦਾ। ਹੁਣ ਜਿਵੇਂ ਅਸੀਂ ਲਾਸਟ ਕਲਾਸ ਦੇ ਵਿੱਚ ਜਾਂ 9th ਕਲਾਸ ਦੇ ਵਿੱਚ ਦੇਖਿਆ ਸੀ ਗ੍ਰੈਵੀਟੇਸ਼ਨਲ ਫੀਲਡ। ਤੇ ਜਦੋਂ ਵੀ ਅਸੀਂ ਗ੍ਰੈਵੀਟੇਸ਼ਨਲ ਫੀਲਡ ਦੀ ਗੱਲ ਕਰਨੀ ਆ ਤੇ ਉੱਥੇ ਸਾਡਾ ਉਸ ਫੀਲਡ ਨੂੰ ਪੈਦਾ ਕਰਨ ਵਾਲਾ ਸੋਰਸ ਕੌਣ ਵਾ? ਮਾਸ। मतलब ग्रैविटेशनल फील्ड किहदे नाल जुड़िया होया वा, मास दे नाल जुड़िया होया वा कि जिस भी बॉडी का मास होएगा उहदा एक अपना आले दुआले फील्ड जरूर होएगा।
ਤੇ ਇਸੇ ਤਰੀਕੇ ਨਾਲ ਇਹਦਾ ਆਧਾਰ ਕੀ ਆ, ਇਹਦਾ ਆਧਾਰ ਵਾ ਚਾਰਜ। ਆਪਾਂ ਲਿਖ ਲੈਂਦੇ ਆ ਕਿ ਗ੍ਰੈਵਿਟੇਸ਼ਨਲ ਫੀਲਡ ਕਿਹਦੇ ਕਰਕੇ ਹੁੰਦਾ ਵਾ ਕਿ ਬੋਡੀ ਦਾ ਮਾਸ ਹੋਣਾ ਚਾਹੀਦਾ ਹੈ। ਤੇ ਜੇ ਹੁਣ ਇਲੈਕਟ੍ਰਿਕ ਫੀਲਡ ਦੀ ਗੱਲ ਕੀਤੀ ਆ, ਇਲੈਕਟ੍ਰਿਕ ਫੀਲਡ ਦਾ ਬੇਸ ਕੀ ਆ, ਚਾਰਜ, ਕਿ ਬੋਡੀ ਤੇ ਚਾਰਜ ਹੋਣਾ ਚਾਹੀਦਾ ਵਾ। ਹੁਣ ਇੱਕ ਗੱਲ ਦੇਖੋ, ਜਿਵੇਂ ਆਪਾਂ ਕਹਿੰਦੇ ਆ ਕਿ ਕੋਈ ਕੀ ਆ, ਸੋਰਸ ਚਾਰਜ ਆ Q, ਚਾਰਜ ਨੂੰ ਅਸੀਂ Q ਨਾਲ ਰਿਪਰੈਜ਼ੈਂਟ ਕਰਾਂਗੇ, ਵੱਡੇ Q ਨਾਲ ਵੀ ਲਿਖ ਸਕਦੇ ਆ, ਛੋਟੇ Q ਨਾਲ ਵੀ ਲਿਖ ਸਕਦੇ ਆ। ਅਸੀਂ ਕਿਹਾ ਕਿ ਇੱਕ ਸੋਰਸ ਚਾਰਜ ਆ ਤੇ ਇਹਦਾ ਆਲੇ ਦੁਆਲੇ ਕੀ ਆ, ਫੀਲਡ ਬਣਿਆ ਹੋਇਆ ਵਾ। ਹੁਣ ਦੇਖੋ ਇਹ ਫੀਲਡ ਬਣਿਆ ਹੋਇਆ ਵਾ ਤੇ ਇਸ ਫੀਲਡ ਦੇ ਵਿੱਚ ਕੋਈ ਦੂਸਰੀ ਚੀਜ਼ ਆਈ ਤੇ ਇਹ ਕੀ ਕਰੇਗਾ, ਉਹਦੇ ਤੇ ਫੋਰਸ ਲਗਾਏਗਾ ਜਾਂ ਨਹੀਂ ਲਗਾਏਗਾ। ਮੈਂ ਕਹਿੰਦਾ ਕਿ ਇਹਦੇ ਵਿੱਚ ਕੋਈ ਦੂਸਰੀ ਬੋਡੀ ਆਈ, ਕਿ ਇਹ ਬੋਡੀ ਤੇ ਇਹ ਵਾਲਾ ਜਿਹੜਾ ਸੋਰਸ ਚਾਰਜ ਆ ਫੋਰਸ ਲਗਾਏਗਾ। ਤੁਸੀਂ ਕੀ ਸੋਚ ਸਕਦੇ ਇਹਦੇ ਵਿੱਚ ਕਿ ਇਹ ਸੋਰਸ ਚਾਰਜ ਇਹਦੇ ਤੇ ਫੋਰਸ ਲਗਾਏਗਾ। ਜੇਕਰ ਤੁਸੀਂ ਕਹੋ ਕਿ ਇਹਦੇ ਤੇ ਪੋਜ਼ਿਟਿਵ ਨੈਗੇਟਿਵ ਚਾਰਜ ਹੋਵੇ ਤਾਂ ਤੁਸੀਂ ਉਸ ਆਧਾਰ ਤੇ ਕਹਿ ਦੋਗੇ ਕਿ ਹਾਂ ਫੋਰਸ ਲੱਗੇਗੀ। ਪਰ ਦੇਖੋ ਫੋਰਸ ਲੱਗਣ ਵਾਸਤੇ ਸਾਡੀ ਬੇਸਿਕ ਕੰਡੀਸ਼ਨ ਕੀ ਆ ਕਿ ਸਿਮਿਲਰ ਨੇਚਰ ਦਾ ਹੋਣਾ ਚਾਹੀਦਾ ਵਾ। ਜੇ ਇਹ ਚਾਰਜ ਪਾਰਟੀਕਲ ਆ ਤੇ ਇਹ ਵੀ ਚਾਰਜ ਪਾਰਟੀਕਲ ਹੀ ਹੋਣਾ ਚਾਹੀਦਾ ਵਾ। ਜੇਕਰ ਇਸ ਬੋਡੀ ਤੇ ਕੋਈ ਚਾਰਜ ਨਹੀਂ ਆ ਤੇ ਜਿਹੜੇ ਮਰਜ਼ੀ ਫੀਲਡ ਦੇ ਵਿੱਚ ਘੁੰਮ ਫਿਰ ਕੇ ਆ ਜੇ, ਇਹਨੂੰ ਕੋਈ ਫੋਰਸ ਫੀਲ ਨਹੀਂ ਹੋਣੀ, ਮਤਲਬ ਇਹਨੂੰ ਪਤਾ ਹੀ ਨਹੀਂ ਲੱਗਣਾ ਕਿ ਇਲੈਕਟ੍ਰਿਕ ਫੀਲਡ ਹੈਗਾ ਵੀ ਆ ਜਾਂ ਨਹੀਂ ਵੀ ਹੈਗਾ। ਗ੍ਰੈਵਿਟੇਸ਼ਨਲ ਫੀਲਡ ਦੇ ਵਿੱਚ ਵੀ ਆਪਾਂ ਪੜਿਆ, ਗ੍ਰੈਵਿਟੇਸ਼ਨਲ ਫੀਲਡ ਦੇ ਵਿੱਚ ਜਿਹੜੀ ਆਪਾਂ ਫੋਰਸ ਪੜੀ ਆ ਉਹ ਕਿਹੜੀ ਸੀ, Gm/r²। ਕਿਸੇ ਵੀ ਬੋਡੀ ਵਾਸਤੇ ਅਸੀਂ ਗੱਲ ਕਰ ਲੈਂਦੇ ਆ। ਹੁਣ ਦੋਨੋਂ ਬੋਡੀਜ਼ ਦਾ ਮਾਸ ਹੋਣਾ ਜ਼ਰੂਰੀ ਆ, ਫਿਰ ਹੀ ਗ੍ਰੈਵਿਟੇਸ਼ਨਲ ਫੋਰਸ ਲੱਗਣੀ ਆ। ਜੇ ਇੱਕ ਬੋਡੀ ਦਾ ਮਾਸ ਹੀ ਨਹੀਂ ਹੈਗਾ, ਹੁਣ ਦੇਖੋ ਜੇ ਤੇ ਬੋਡੀ ਦਾ ਮਾਸ ਹੈ ਹੀ ਨਹੀਂ ਆ ਤਾਂ ਫਿਰ ਅਸੀਂ ਉਹਨੂੰ ਬੋਡੀ ਕਹਿ ਹੀ ਨਹੀਂ ਸਕਦੇ, ਉਹਦੀ ਤੇ ਫਿਰ ਕੋਈ ਐਗਜ਼ਿਸਟੈਂਸ ਹੀ ਨਹੀਂ ਨਾ ਹੋਈ। ਅਸੀਂ ਕਹਿੰਦੇ ਮਾਸ 0 ਤੇ ਫੋਰਸ 0, ਤੇ ਆਪਾਂ ਇੱਕ ਗੱਲ ਕਹਿਤੀ ਕਿ ਗ੍ਰੈਵਿਟੇਸ਼ਨਲ ਫੋਰਸ ਦਾ ਸੋਰਸ ਕੀ ਆ, ਬੋਡੀ ਕੋਲ ਮਾਸ ਹੋਣਾ ਚਾਹੀਦਾ। ਇੱਕ ਮਾਸ ਵਾਲੀ ਬੋਡੀ ਦੂਸਰੀ ਮਾਸ ਵਾਲੀ ਬੋਡੀ ਤੇ ਫੋਰਸ ਲਗਾ ਸਕਦੀ ਆ। ਤੇ ਇੱਥੇ ਆਪਾਂ ਕੀ ਕਹਿੰਦੇ ਆ ਕਿ ਇੱਕ ਚਾਰਜ ਬੋਡੀ ਦੂਸਰੀ ਚਾਰਜ ਬੋਡੀ ਤੇ ਹੀ ਫੋਰਸ ਲਗਾ ਸਕਦੀ ਆ, ਸਿਮਿਲਰ ਨੇਚਰ ਹੋਣੀ ਚਾਹੀਦੀ ਆ। ਇੱਥੇ ਸਿਮਿਲਰ ਨੇਚਰ ਕੀ ਸੀ, ਦੋਵਾਂ ਕੋਲ ਮਾਸ ਹੋਣਾ ਚਾਹੀਦਾ। ਇੱਥੇ ਸਿਮਿਲਰ ਨੇਚਰ ਕੀ ਆ ਕਿ ਦੋਨਾਂ ਕੋਲੋਂ ਹੀ ਚਾਰਜ ਹੋਣਾ ਚਾਹੀਦਾ ਵਾ, ਭਾਵੇਂ ਉਹ ਚਾਰਜ ਪੋਜ਼ਿਟਿਵ ਆ ਤੇ ਚਾਹੇ ਉਹ ਨੈਗੇਟਿਵ ਆ, ਇਸ ਚੀਜ਼ ਦੀ ਕੋਈ ਚਿੰਤਾ ਨਹੀਂ ਆ, ਪਰ ਚਾਰਜ ਹੋਣਾ ਚਾਹੀਦਾ ਵਾ। ਆਪਾਂ ਇਹਦੀ ਐਗਜ਼ਾਮਪਲ ਦੇਖ ਲੈਂਦੇ ਆ। ਇੱਕ ਕੀ ਆ, ਇੱਕ ਬੋਬ ਆ, ਪੋਜ਼ਿਟਿਵ ਚਾਰਜ ਆ, ਇੱਥੇ ਕੀ ਆ, ਇੱਕ ਮੈਟਲ ਕਵਰ ਆ। ਤੇ ਮੈਂ ਜੇਕਰ ਇੱਥੇ ਇੱਕ ਪੋਜ਼ਿਟਿਵ ਚਾਰਜ ਨੂੰ ਲੈ ਕੇ ਆਵਾਂਗਾ ਤੇ ਜਦੋਂ ਮੈਂ ਪੋਜ਼ਿਟਿਵ ਚਾਰਜ ਨੂੰ ਲੈ ਕੇ ਆਵਾਂਗਾ ਤੇ ਇਹ ਕੀ ਆ, ਇਹ ਬੋਬ ਇੱਧਰ ਨੂੰ ਮੂਵ ਕਰੇਗਾ, ਮੂਵ ਕਰਕੇ ਹੋ ਸਕਦਾ ਹੈ ਮੈਟਲ ਤੇ ਜਾ ਕੇ ਟਕਰਾਵੇ ਤੇ ਸਾਊਂਡ ਪੈਦਾ ਹੋਏਗੀ। ਹੁਣ ਜੇਕਰ ਮੈਂ ਇਹਨੂੰ ਪਿੱਛੇ ਲੈ ਜਾ ਤੇ ਇਹ ਫੇਰ ਜਿਹੜੀ ਬੋਬ ਆ ਇਹ ਪਿੱਛੇ ਆ ਜਾਏਗੀ, ਪਿੱਛੇ ਆਉਣ ਦੇ ਨਾਲ ਆਪਣੀ ਮੇਨ ਪੋਜੀਸ਼ਨ ਤੇ ਆ ਜਾਏਗੀ ਤੇ ਫਿਰ ਇਸ ਸੋਰਸ ਚਾਰਜ ਨੂੰ ਜਿਹਨੇ ਇਲੈਕਟ੍ਰਿਕ ਫੀਲਡ ਪੈਦਾ ਕਰਨਾ ਵਾ ਇਹਨੂੰ ਲਾਗੇ ਲੈ ਕੇ ਜਾਵਾਂ, ਇਹ ਫਿਰ ਪਰੇ ਨੂੰ ਜਾਏਗਾ। ਇਸ ਤਰੀਕੇ ਨਾਲ ਜਦੋਂ ਇਹ ਬੋਬ ਜਿਹੜਾ ਜਾ ਕੇ ਇੱਥੇ ਵਾਰ-ਵਾਰ ਟਕਰਾਏਗਾ ਤੇ ਸਾਊਂਡ ਪੈਦਾ ਹੋਏਗੀ, ਸਾਊਂਡ ਪੈਦਾ ਹੋਏਗੀ ਤੇ ਸਾਨੂੰ ਇਦਾਂ ਮਹਿਸੂਸ ਹੋਏਗਾ ਜਿਵੇਂ ਇਲੈਕਟ੍ਰਿਕ ਬੈਲ ਆ। ਹੁਣ ਦੇਖੋ ਇਹ ਜਿਹੜਾ ਇਲੈਕਟ੍ਰਿਕ ਫੀਲਡ ਆ, ਇਹ ਇਲੈਕਟ੍ਰਿਕ ਫੀਲਡ ਜਿਹੜਾ ਸਪਾਈਡਰ ਦੇ ਨੈਟ ਵਰਗਾ ਹੁੰਦਾ ਵਾ। ਹੁਣ ਜਿਵੇਂ ਸਪਾਈਡਰ ਦਾ ਨੈਟ ਵਾ, ਅਸੀਂ ਕਹਿੰਦੇ ਆ ਕਿ ਇਸ ਤਰੀਕੇ ਨਾਲ ਸਪਾਈਡਰ ਦਾ ਨੈਟ ਆ, ਤੁਸੀਂ ਪ੍ਰੋਪਰ ਬਣਾ ਲੈਣਾ ਕਿ ਕਿਵੇਂ ਦਾ ਹੁੰਦਾ। ਤੇ ਜਦੋਂ ਇਹਦੇ ਵਿੱਚ ਕੋਈ ਇਨਸੈਕਟ ਫਸਦਾ ਵਾ ਤੇ ਇਹ ਜਿਹੜਾ ਨੈਟ ਆ, ਇਹ ਜਿਹੜਾ ਜਾਲਾ ਵਾ, ਇਹ ਕੀ ਕਰਦਾ ਵਾ, ਇਸ ਸਪਾਈਡਰ ਨੂੰ ਕੀ ਕਰਦਾ ਵਾ, ਇਨਫੋਰਮ ਕਰਦਾ ਵਾ। ਹੁਣ ਇਸ ਸਪਾਈਡਰ ਦੇ ਕੋਲ ਦੋ ਆਪਸ਼ਨਸ ਆ, ਜਾਂ ਤੇ ਉਹ ਕੀ ਕਰੇ, ਇਸ ਨੂੰ ਇਨਸੈਕਟ ਨੂੰ ਕੀ ਕਰੇ, ਲਾਗੇ ਜਾ ਕੇ ਇਹਨੂੰ ਖਾ ਲਵੇ, ਤੇ ਜਾਂ ਕੀ ਕਰੇ, ਜਿਸ ਇਹ ਥ੍ਰੈਡ ਦੇ ਨਾਲ ਜਾਂ ਜਿਸ ਰੇਸ਼ੇ ਦੇ ਨਾਲ ਇਹ ਫਸਿਆ ਹੋਇਆ ਵਾ ਉਹਨੂੰ ਕੀ ਕਰਨਾ ਸ਼ੁਰੂ ਕਰੇ, ਉਹਨੂੰ ਰੋਲ ਕਰਨਾ ਸ਼ੁਰੂ ਕਰੇ। ਉਹਨੂੰ ਰੋਲ ਕਰਦਾ ਕਰਦਾ ਵੀ ਆਪਣੇ ਕੋਲੋਂ ਲੈ ਕੇ ਆ ਸਕਦਾ ਵਾ। ਸੋ ਇਸੇ ਤਰੀਕੇ ਨਾਲ ਜਿਹੜਾ ਇਲੈਕਟ੍ਰਿਕ ਫੀਲਡ ਵਾ ਇਹ ਜਾਲੇ ਵਰਗਾ ਹੀ ਆ। ਤੇ ਇਹਦੇ ਵਿੱਚ ਕੀ ਆ, ਜਿਵੇਂ ਇੱਥੇ ਇਸ ਸਪਾਈਡਰ ਨੇ ਇਹਨੂੰ ਇਸ ਰੇਸ਼ੇ ਨੂੰ ਰੋਲ ਕਰਕੇ ਆਪਣੇ ਵੱਲ ਖਿੱਚ ਲਿਆਂਦਾ, ਤੇ ਇਹਦੇ ਵਿੱਚ ਇਲੈਕਟ੍ਰਿਕ ਫੀਲਡ 'ਚ ਵੀ ਇਹੋ ਚੀਜ਼ ਹੀ ਆ ਕਿ ਜਦੋਂ ਕੋਈ ਨੈਗੇਟਿਵ ਚਾਰਜ ਪੋਜ਼ਿਟਿਵ ਚਾਰਜ ਦੇ ਕੰਟੈਕਟ ਵਿੱਚ ਆਉਂਦਾ, ਮੰਨ ਲਓ ਪੋਜ਼ਿਟਿਵ ਚਾਰਜ ਕੀ ਆ, ਸੋਰਸ ਚਾਰਜ ਆ, ਇਹ ਕੀ ਆ, ਟੈਸਟ ਚਾਰਜ ਆ, ਇਹ ਕੀ ਆ, ਇਹਨੂੰ ਦੂਰੋਂ ਹੀ ਆਪਣੇ ਵੱਲ ਖਿੱਚ ਕੇ ਲੈ ਆਏਗਾ। ਹੋ ਤੇ ਵੀ ਸਕਦਾ ਸੀ ਨਾ ਕਿ ਇਹ ਉਹਦੇ ਕੋਲੋਂ ਚਲੇ ਜਾਂਦਾ। ਇਹੀ ਐਗਜ਼ਾਮਪਲ ਹੋ ਗਈ, ਜਾਂ ਤੇ ਸਪਾਈਡਰ ਇਸ ਇਨਸੈਕਟ ਦੇ ਕੋਲ ਚਲਾ ਜਾਂਦਾ ਤੇ ਜਾਂ ਉਸ ਰੇਸ਼ੇ ਨੂੰ ਰੋਲ ਕਰਕੇ ਲੈ ਆਉਂਦਾ। ਤੇ ਜਦੋਂ ਆਪਾਂ ਕਹਿੰਦੇ ਆ ਕਿ ਮੰਨ ਲਓ ਇੱਥੇ ਪੋਜ਼ਿਟਿਵ ਆ ਤੇ ਇੱਥੇ ਕੀ ਆ, ਨੈਗੇਟਿਵ ਚਾਰਜ ਆ, ਤੇ ਇਹ ਨੈਗੇਟਿਵ ਚਾਰਜ ਇਹਦੇ ਵੱਲ ਅਟਰੈਕਟ ਕਰਦਾ ਕਰਦਾ ਮੂਵ ਕਰ ਗਿਆ, ਤੇ
ਤੇ ਇਹਦਾ ਮਤਲਬ ਕੀ ਆ ਕਿ ਇਹ ਜਿਹੜੀ ਇਲੈਕਟ੍ਰਿਕ ਫੀਲਡ ਦੀ ਲਾਈਨ ਆ ਇਹਨੂੰ ਆਪਾਂ ਕੀ ਸਮਝਣਾ ਵਾ, ਆਪਾਂ ਇਹਨੂੰ ਸਮਝਣਾ ਵਾ ਕਿ ਇਹ ਮੱਕੜੀ ਦੇ ਜਾਲੇ ਦਾ ਜਿਹੜਾ ਇੱਕ ਰੇਸ਼ਾ ਵਾ, ਧਾਗਾ ਵਾ, ਉਹਦੇ ਵਰਗਾ ਹੀ ਆ। ਤੇ ਇਹ ਪੋਜ਼ਿਟਿਵ ਚਾਰਜ ਆਪਣੇ ਫੀਲਡ ਦੇ ਵਿੱਚ ਇਸ ਲਾਈਨ ਨੂੰ ਰੋਲ ਕਰਦਾ ਕਰਦਾ ਲੈ ਕੇ ਆ ਰਿਹਾ ਵਾ। ਹੁਣ ਦੇਖੋ ਜੇ ਆਪਾਂ ਇਹ ਗੱਲ ਕਰੀਏ ਕਿ ਇਲੈਕਟ੍ਰਿਕ ਫੀਲਡ ਹੈਗਾ ਵਾ ਜਾਂ ਨਹੀਂ ਹੈਗਾ, ਤੇ ਇਲੈਕਟ੍ਰਿਕ ਫੀਲਡ ਬੇਸ਼ੱਕ ਸਾਨੂੰ ਦਿਖਦਾ ਨਹੀਂ ਆ, ਅਸੀਂ ਇਹਦੀ ਰਿਪਰੈਜ਼ੈਂਟੇਸ਼ਨ ਕਿਵੇਂ ਬਣਾਉਂਦੇ ਆ, ਅਸੀਂ ਇਹਦੀਆਂ ਲਾਈਨਸ ਡਰਾ ਕਰਕੇ ਰਿਪਰੈਜ਼ੈਂਟੇਸ਼ਨ ਬਣਾਉਂਦੇ ਆ, ਪਰ ਇਹਦੀ ਫਿਜ਼ੀਕਲੀ ਪ੍ਰੈਜ਼ੈਂਸ ਹੈ ਕਿਉਂਕਿ ਅਸੀਂ ਇਹਦੀਆਂ ਐਗਜ਼ਾਮਪਲਸ ਦੇਖਦੇ ਆ ਕਿ ਜਦੋਂ ਕੋਈ ਇੱਕ ਚਾਰਜ ਦੂਸਰੇ ਚਾਰਜ ਦੇ ਫੀਲਡ ਦੇ ਵਿੱਚ ਆਉਂਦਾ ਤੇ ਦੂਰੋਂ ਹੀ ਫੋਰਸ ਲੱਗਣੀ ਸਟਾਰਟ ਹੋ ਜਾਂਦੀ ਆ। ਹੁਣ ਆਪਾਂ ਇਹਦੇ ਵਿੱਚ ਦੇਖਦੇ ਆ, ਮੰਨ ਲਓ ਇੱਕ ਸੈਟੇਲਾਈਟ ਆ ਤੇ ਸੈਟੇਲਾਈਟ ਦੇ ਉੱਤੇ ਇੱਕ ਕੀ ਆ, ਸੈਟੇਲਾਈਟ ਦਾ ਆਪਣਾ ਇੱਕ ਇਲੈਕਟ੍ਰਿਕ ਫੀਲਡ ਆ ਤੇ ਸੈਟੇਲਾਈਟ ਦੇ ਉੱਪਰ ਇੱਕ ਚਾਰਜ ਹਿੱਲਿਆ ਤੇ ਜਦੋਂ ਉਹ ਚਾਰਜ ਹਿੱਲੇਗਾ ਤੇ ਇਹਦਾ ਮਤਲਬ ਸਾਰਾ ਬਣਿਆ ਹੋਇਆ ਇਲੈਕਟ੍ਰਿਕ ਫੀਲਡ ਮੂਵ ਕਰੇਗਾ, ਉਹਦੇ ਵਿੱਚ ਮੂਵਮੈਂਟ ਹੋਏਗੀ। ਉਹਦੇ ਮੂਵਮੈਂਟ ਦੇ ਹੋਣ ਦੇ ਨਾਲ ਥੱਲੇ ਜਿਹੜਾ ਇੱਕ ਰਿਸੀਵਰ ਲੱਗਾ ਹੋਇਆ ਵਾ, ਜਿਹੜਾ ਉਸ ਸਿਗਨਲ ਨੂੰ ਜਿਹਨੇ ਇੰਟਰਪ੍ਰੀਟ ਕਰਨਾ ਵਾ, ਜਿਹਨੇ ਸਮਝਣਾ ਵਾ, ਉਹ ਕੀ ਕਰਦਾ ਵਾ, ਉਹ ਵੀ ਮੂਵ ਕਰਦਾ ਵਾ। ਮੇਰੇ ਕਹਿਣ ਦਾ ਮਤਲਬ ਕਿ ਉੱਪਰੋਂ ਸੈਟੇਲਾਈਟ ਤੋਂ ਇੱਕ ਚਾਰਜ ਪਾਰਟੀਕਲ ਹਿੱਲਿਆ, ਚਾਰਜ ਪਾਰਟੀਕਲ ਦੇ ਹਿੱਲਣ ਦੇ ਨਾਲ ਜਿਹੜਾ ਥੱਲੇ ਰਿਸੀਵਰ ਆ ਜਿਹਨੇ ਸਿਗਨਲ ਨੂੰ ਰਿਸੀਵ ਕਰਨਾ ਵਾ, ਉਹਦੇ ਵਿੱਚ ਜਿਹੜਾ ਚਾਰਜ ਪਾਰਟੀਕਲ ਆ ਉਹਦੇ ਤੇ ਫੋਰਸ ਲੱਗੇਗੀ, ਫੋਰਸ ਲੱਗੇਗੀ ਤੇ ਉਹ ਇੱਕ ਸਿਗਨਲ ਰਿਸੀਵ ਕਰੇਗਾ। ਆਪਾਂ ਉਹਦੀ ਉਸ ਨੂੰ ਫੋਰਸ ਲੱਗਣ ਨੂੰ, ਉਹਦੀ ਮੂਵਮੈਂਟ ਨੂੰ ਡੀਕੋਡ ਕਰਾਂਗੇ ਕਿ ਇਹਦੀ ਮੂਵਮੈਂਟ ਕਿੱਧਰ ਨੂੰ ਹੋਈ ਆ, ਕਿਸ ਹਿਸਾਬ ਨਾਲ ਹੋਈ ਆ, ਤੇ ਆਪਾਂ ਉਸ ਹਿਸਾਬ ਦੇ ਨਾਲ ਉਸ ਸਿਗਨਲ ਨੂੰ ਡੀਕੋਡ ਕਰਾਂਗੇ ਤੇ ਸਮਝਾਂਗੇ ਕਿ ਸੈਟੇਲਾਈਟ ਨੇ ਉੱਪਰੋਂ ਸਿਗਨਲ ਭੇਜਿਆ ਵਾ। ਹੁਣ ਸੈਟੇਲਾਈਟ ਨੇ ਸਿਗਨਲ ਭੇਜਿਆ ਕਿੱਦਾਂ ਵਾ, ਇਹ ਸਾਡਾ ਸਾਰਾ ਬ੍ਰਹਿਮੰਡ ਕੀ ਆ, ਇੱਕ ਇਲੈਕਟ੍ਰਿਕ ਫੀਲਡ ਦਾ ਸੋਰਸ ਵਾ ਜਾਂ ਇੱਕ ਖੁਦ ਇਲੈਕਟ੍ਰਿਕ ਫੀਲਡ ਵਾ ਇਹਦੇ ਵਿੱਚ ਸਮਾਇਆ ਹੋਇਆ। ਤੇ ਉੱਪਰੋਂ ਸੈਟੇਲਾਈਟ ਨੇ ਕੀ ਕੀਤਾ, ਚਾਰਜ ਪਾਰਟੀਕਲ ਨੂੰ ਮੂਵ ਕਰਾਇਆ। ਚਾਰਜ ਪਾਰਟੀਕਲ ਨੂੰ ਮੂਵ ਕਰਾਉਣ ਦੇ ਨਾਲ ਉਸ ਸੈਟੇਲਾਈਟ ਦਾ ਜਿਹੜਾ ਇਲੈਕਟ੍ਰਿਕ ਫੀਲਡ ਸੀ ਉਹ ਵੀ ਮੂਵ ਕਰ ਗਿਆ ਤੇ ਉਸ ਸੈਟੇਲਾਈਟ ਦੇ ਇਲੈਕਟ੍ਰਿਕ ਫੀਲਡ ਦੇ ਮੂਵ ਕਰਨ ਦੇ ਨਾਲ, ਚੇਂਜ ਹੋਣ ਦੇ ਨਾਲ ਥੱਲੇ ਜਿਹੜਾ ਉਹਦਾ ਰਿਸੀਵਰ ਲੱਗਾ ਹੋਇਆ ਵਾ ਉਹ ਵੀ ਚੇਂਜ ਹੋਇਆ। ਤੇ ਜਦੋਂ ਉਹ ਚੇਂਜ ਹੋਇਆ ਤਾਂ ਅਸੀਂ ਸਮਝਿਆ ਕਿ ਕੋਈ ਨਾ ਕੋਈ ਸਿਗਨਲ ਰਿਸੀਵ ਹੋਇਆ ਵਾ। ਸੋ ਇਸ ਤਰੀਕੇ ਨਾਲ ਸਾਡੇ ਆਲੇ ਦੁਆਲੇ ਕੀ ਆ, ਇਲੈਕਟ੍ਰਿਕ ਫੀਲਡ ਬਣਿਆ ਹੋਇਆ ਵਾ। ਤੇ ਇਹ ਬਹੁਤ ਵੱਡਾ ਇਲੈਕਟ੍ਰਿਕ ਫੀਲਡ ਵਾ। ਜਿਹੜੇ ਸਾਡੇ ਫੀਲਡ ਆ, ਚਾਹੇ ਉਹ ਗ੍ਰੈਵੀਟੇਸ਼ਨਲ ਫੀਲਡ ਆ, ਚਾਹੇ ਉਹ ਇਲੈਕਟ੍ਰਿਕ ਫੀਲਡ ਆ, ਇਹ ਅਸਲ ਦੇ ਵਿੱਚ ਇੱਕ ਬਹੁਤ ਵੱਡੇ ਫੀਲਡ ਵਾ। ਅਸੀਂ ਇਸ ਵੇਲੇ ਜੇਕਰ ਇੱਥੇ ਖੜੇ ਆ ਤੇ ਸਾਡੇ ਆਲੇ ਦੁਆਲੇ ਵੀ ਇਲੈਕਟ੍ਰਿਕ ਫੀਲਡ ਵਾ, ਸਾਡੇ ਆਲੇ ਦੁਆਲੇ ਗ੍ਰੈਵੀਟੇਸ਼ਨਲ ਫੀਲਡ ਵੀ ਆ। ਹੁਣ ਜਿਵੇਂ ਮੋਬਾਈਲ ਦੇ ਸਿਗਨਲ ਆ, ਤੁਹਾਡੇ ਮੋਬਾਈਲ ਤੇ ਘੰਟੀ ਵੱਜੀ, ਇਹ ਵੀ ਕੀ ਆ, ਮੋਬਾਈਲ ਦਾ ਟਾਵਰ ਕੀ ਕਰਦਾ ਪਿਆ ਵਾ, ਆਲੇ ਦੁਆਲੇ ਇਲੈਕਟ੍ਰਿਕ ਫੀਲਡ ਪ੍ਰੋਡਿਊਸ ਕਰਦਾ ਪਿਆ ਵਾ। ਤੇ ਉਸ ਇਲੈਕਟ੍ਰਿਕ ਫੀਲਡ ਦੇ ਅੰਦਰ ਹੀ ਜਦੋਂ ਕੋਈ ਸਿਗਨਲ ਆਉਂਦਾ ਵਾ ਤਾਂ ਤੁਹਾਡੇ ਮੋਬਾਈਲ ਦੀ ਕੀ ਆ, ਬੈਲ ਵੱਜਦੀ ਆ, ਤਾਂ ਤੁਹਾਨੂੰ ਪਤਾ ਲੱਗਦਾ ਕਿ ਫੋਨ ਆ ਰਿਹਾ ਵਾ। ਹੁਣ ਅਸੀਂ ਇਸ ਤੋਂ ਬਾਅਦ 'ਚ ਇਸ ਇਲੈਕਟ੍ਰਿਕ ਫੀਲਡ ਦੀਆਂ ਇਕੁਏਸ਼ਨਸ ਬਣਾਉਂਦੇ ਆ ਕਿ ਆਪਾਂ ਇਕੁਏਸ਼ਨਸ ਦੇ ਵਿੱਚ ਇਹਨੂੰ ਕਿਵੇਂ ਡਿਫਾਈਨ ਕਰ ਸਕਦੇ ਹਾਂ। ਮੰਨ ਲਓ ਸਾਡੇ ਕੋਲੋਂ ਇੱਥੇ ਇੱਕ ਸੋਰਸ ਚਾਰਜ ਆ Q ਤੇ ਉਹਦਾ ਆਲੇ ਦੁਆਲੇ ਫੀਲਡ ਬਣਿਆ ਹੋਇਆ ਵਾ, ਤੇ ਅਸੀਂ ਕੀ ਕਰਦੇ ਆ, ਅਸੀਂ ਇੱਕ ਟੈਸਟ ਚਾਰਜ ਲੈ ਕੇ ਆਉਂਦੇ ਆ। ਮੰਨ ਲਓ ਸਾਡੇ ਕੋਲੋਂ ਕੀ ਆ, ਇੱਕ ਟੈਸਟ ਚਾਰਜ ਵਾ। ਅਸੀਂ ਪ੍ਰੈਕਟੀਕਲੀ ਕੀ ਫੀਲ ਕਰਦੇ ਆ ਕਿ ਪਹਿਲਾਂ ਅਸੀਂ ਕੀ ਕੀਤਾ, ਮੰਨ ਲਓ 1 ਕੂਲਮ ਚਾਰਜ ਟੈਸਟ ਚਾਰਜ ਲੈ ਕੇ ਆਏ, ਅਸੀਂ ਫੋਰਸ ਨੋਟ ਕੀਤੀ, ਅਸੀਂ ਦੇਖਿਆ ਕਿ ਫੋਰਸ ਜਿਹੜੀ ਆ ਉਹ ਪ੍ਰਪੋਰਸ਼ਨਲ ਆ ਟੈਸਟ ਚਾਰਜ ਦੇ। ਜਦੋਂ ਮੈਂ ਇੱਥੇ 2 ਕੂਲਮ ਚਾਰਜ ਲੈ ਕੇ ਆਉਣਾ ਨਾ ਤੇ ਮੈਂ ਕੀ ਮਹਿਸੂਸ ਕਰਦਾ ਵਾਂ ਕਿ ਫੋਰਸ ਜ਼ਿਆਦਾ ਲੱਗਦੀ ਆ। ਮਤਲਬ ਜਿੰਨਾ ਵੱਡਾ ਟੈਸਟ ਚਾਰਜ ਹੋਏਗਾ ਉਨੀ ਜ਼ਿਆਦਾ ਫੋਰਸ ਲੱਗਦੀ ਆ। ਹੁਣ ਮੈਂ ਜਗ੍ਹਾ ਨਹੀਂ ਬਦਲ ਰਿਹਾ, ਮੈਂ ਕਿਹਾ ਕਿ ਪਹਿਲੀ ਵਾਰੀ ਮੈਂ ਟੈਸਟ ਚਾਰਜ ਨੂੰ ਇਸ ਜਗ੍ਹਾ ਤੇ ਰੱਖਿਆ ਤੇ ਫੋਰਸ ਨੂੰ ਨੋਟ ਕੀਤਾ, ਬਾਅਦ ਵਿੱਚ ਮੈਂ ਟੈਸਟ ਚਾਰਜ ਦੀ ਸਮਰੱਥਾ ਵਧਾਈ, ਮਤਲਬ 2 ਕੂਲਮ ਜਾਂ 3 ਕੂਲਮ ਲੈ ਕੇ ਆਇਆ, ਮੈਂ ਵੇਖਿਆ ਫੋਰਸ ਜ਼ਿਆਦਾ ਲੱਗਦੀ ਆ। ਮੈਂ ਬਾਅਦ ਵਿੱਚ 5 ਕੂਲਮ ਚਾਰਜ ਲਿਆਂਦਾ ਤੇ ਮੈਂ ਦੇਖਿਆ ਉਹਦੇ ਤੇ ਹੋਰ ਜ਼ਿਆਦਾ ਫੋਰਸ ਲੱਗਦੀ ਆ। ਹੁਣ ਮੈਂ ਇੱਥੇ ਇੱਕ ਨਿਯਮ ਬਣਾਇਆ ਕਿ ਜਿਹੜੀ ਫੋਰਸ ਵਾ ਉਹ ਡਿਪੈਂਡ ਕਰਦੀ ਆ ਚਾਰਜ ਦੀ ਸਮਰੱਥਾ ਤੇ, ਮਤਲਬ ਕਿ ਚਾਰਜ ਦਾ ਮੈਗਨੀਟਿਊਡ ਕਿੰਨਾ ਵਾ। ਜਿੰਨਾ ਵੱਡਾ ਚਾਰਜ ਹੋਏਗਾ ਉਨੀ ਜ਼ਿਆਦਾ ਫੋਰਸ ਲੱਗਦੀ ਆ। ਇੱਕ ਗੱਲ ਦਾ ਇੱਥੇ ਖਿਆਲ ਰੱਖਣਾ ਕਿ ਮੈਂ ਇੱਥੇ ਜਗ੍ਹਾ ਫਿਕਸ ਕੀਤੀ ਹੋਈ ਆ। ਜਦੋਂ ਮੈਂ ਇਹ ਵਾਲੀ ਗੱਲ ਕਰਨੀ ਆ ਤੇ ਮੈਂ ਜਗ੍ਹਾ ਚੇਂਜ ਨਹੀਂ ਕਰਨੀ, ਮੈਂ ਚੇਂਜ ਕੀ ਕਰਨਾ ਵਾ, ਚਾਰਜ, ਟੈਸਟ ਚਾਰਜ। ਜੇ ਮੈਂ ਕਹਾਂ ਕਿ ਮੈਂ ਇਸ ਜਗ੍ਹਾ ਤੇ ਨੋਟ ਕਰਨਾ ਵਾ, ਪਹਿਲਾਂ ਮੈਂ ਇਸ ਜਗ੍ਹਾ ਤੇ 1 ਕੂਲਮ ਚਾਰਜ ਲਿਆਂਦਾ ਤੇ ਫੋਰਸ ਨੋਟ ਕੀਤੀ,
बाद विच मैं 2 कूलम चार्ज लियांदा, हुण मैं फोर्स नोट कीती। बाद विच मैं 3 कूलम चार्ज लियांदा, फिर फोर्स नोट कीती। ते मैं सारिਆਂ ਦੇ ਵਿੱਚ ਇਹ ਗੱਲ ਕਨਕਲੂਡ ਕੀਤੀ ਆ कि जिन्ना ज़्यादा चार्ज वा उन्नी ज़्यादा फोर्स वा। तो आपां एक निज़म बनाया कि फोर्स जिहड़ी आ वो डायरैक्टली प्रपोर्शनल आ मैगनीट्यूड ऑफ टेस्ट चार्ज। हुण मैं दूसरी एग्जाम्पल लैण लगा। हुण मैं दूसरी दे विच की करन लगा वां कि चार्ज सिंगल लैना वा ते जगह चेंज करनी आ ते पोजीशन की करनी आ वेरी करनी आ। पोजीशन नूं हुण मैं की कर सकदा वां वेरी करा सकदा वां। इस एग्जाम्पल च मैं की कहा सी, देखो फिजिक्स दे विच एक टाइम ते इक्को क्वांटिटी जिहड़ी आ चेंज करी दी आ। जिवें पहले दे विच मैं की कीता सी, जगह चेंज नहीं सी कीती, चार्ज दा मैगनीट्यूड चेंज कीता सी। ते हुण दूसरी वारी मैं की करना वा, चार्ज सेम रखना वा, जगह चेंज करनी आ। हुण मैं की कीता, मान लो मेरे कोलों एक टेस्ट चार्ज आ क्यू, मैनू नहीं पता कि एक किन्नी समर्था दा वा, जिन्नी दा मर्जी होवे मैनू कोई मतलब नहीं। मैं इस चार्ज नू इस पोजीशन ते लियांदा ते मैं देखा किन्नी फोर्स लगदी आ, नोट कर लिया। बाद विच मैं इस चार्ज नू इस बी पोजीशन ते लै गया, हुण मैं फोर्स देखा ज़्यादा लगदी आ। ते बाद विच मैं इत्थे लै गया सी पोजीशन ते मैं देखा फोर्स ज़्यादा लगदी आ। मतलब अल्टीमेटली मैं ये गल वेखी आ कि चार्ज इस फील्ड के अंदर हरेक जगह ते सेम फोर्स एक्सपीरियंस नहीं करता, उन्होंने वक्री वक्री जगह ते वक्री वक्री फोर्स फील हुंदी आ। हुण इत्थे मैं की वेरी करा रहा वां, जगह वेरी करा रहा वां, मैं चार्ज नूं कॉन्सटेंट रखिया होया वा ते ये जिहड़ी वक्री वक्री जगह ते वक्रा वक्रा फील्ड महसूस हो रहा वा। ते मैं इहदी इक्वेशन बना ली कि फोर्स जिहड़ी आ वो फील्ड के हिसाब के नाल वक्री वक्री आ। ई मैं इलैक्ट्रिक फील्ड कह रहा वां कि इलैक्ट्रिक फील्ड ज़्यादा वा ते फोर्स भी ज़्यादा वा। ते इलैक्ट्रिक फील्ड ज़्यादा किन्ने दस्सिया, टेस्ट चार्ज ने दस्सिया। जिहड़ा मैं टेस्ट चार्ज लैके आया सी उन्हें दस्सिया कि इस जगह ते घट वा, मैं इस टेस्ट चार्ज नूं अगे लैके गया, उन्हें दस्सिया इस जगह ते ज़्यादा वा। ते जे मैं पिछे लैके आया तो उस टेस्ट चार्ज ने दस्सिया कि इत्थे फील्ड कमज़ोर वा। मतलब जे फोर्स ज़्यादा वा तो फील्ड भी ज़्यादा वा। एक ये इक्वेशन बन गई। तो इन्हां दोनों इक्वेशनस के बेस के उपर मैं इक्वेशन बनाई, जिहड़ी रिजल्टेंट इक्वेशन बनी क्यू ई। ए वाली इक्वेशन बनी साडे कोलों फोर्स की। इहदे विच असीं की सिक्ख्या वा, इहदे विच आपां ये चीज़ सीखी आ कि इलैक्ट्रिक फील्ड दे विच जेकर तुसीं मैगनीट्यूड ऑफ चार्ज नूं इनक्रीज़ करोगे तो फोर्स भी वधनी आ। जिमें जिमें चार्ज वधेगा, टेस्ट चार्ज की मैगनीट्यूड जां दी समर्था वधेगी तो फोर्स वधेगी। दूसरे नंबर पर वेख्या कि फील्ड के अंदर हरेक जगह ते सेम फोर्स नहीं लगती। ज़्यादा फील्ड मजबूत आ, इलैक्ट्रिक फील्ड नूं असीं ई नाल लिखते हैं। वैसे इसका पूरा नाम हैगा वा इलैक्ट्रिक फील्ड इंटेंसिटी, जां असीं कहते हैं इंटेंसिटी ऑफ इलैक्ट्रिक फील्ड। असीं ई दे नाल रिप्रजेंट करते हैं कि फोर्स ज़्यादा लगती है, इसका मतलब इलैक्ट्रिक फील्ड इंटेंसिटी भी ज़्यादा वा। तो असीं कनकलूड कर लिया कि फोर्स डायरैक्टली प्रपोर्शनल टू क्यू ई आ। हुण देखो असीं ये जिहड़ा प्रपोर्शनल दा साइन आ इनू टॉलरेट नहीं कर रहे, मतलब असीं इनू हटाउणा चाहुंदे आ। असीं चाहुंदे आ कि इत्थे की आवे, ये वाली इक्वेशन इस रूप दे विच आवे, फोर्स इज इक्वल टू अगे मान लो क्यू ई तो आना ही आना वा, मैं इत्थे लगा लेना के। हुण +2 क्लास आ, सानू ये गल पता है कि जदों भी प्रपोर्शनैलिटी का साइन हटाइए तो असीं की करते हैं, एक कॉन्सटेंट इंट्रोड्यूस करते हैं। तो पर कई बारी असीं कॉन्सटेंट इंट्रोड्यूस नहीं करते, जिवें किहड़ी इक्वेशन दे विच नहीं सी कीता, जदों फोर्स की पहली इक्वेशन आई सी MA न्यूटन सैकेंड लॉ दे विच, ते असीं की कीता सी, असीं जिहड़ा कॉन्सटेंट इंट्रोड्यूस कीता सी उहनूं की लिख लिया सी 1 ही लिख लिया सी इत्थे। हुण इत्थे एक भी सवाल हो गया कि प्रपोर्शनल दा साइन हटा के कई बारी तुसीं कॉन्सटेंट लगा दिंदे जो, ते कई बारी तुसीं कॉन्सटेंट नहीं लगाउंदे, उहदे पिछे की राज आ, उहदा की लॉजिक आ कि कदे कॉन्सटेंट 1 बन गया तो कदे कॉन्सटेंट मौजूद रहा। हुण ग्रैविटेशनल फोर्स दे विच भी आपां देखिया सी कि ग्रैविटेशनल फोर्स का जिहड़ा असीं प्रपोर्शनल हटाया सी, असीं की लगाया सी, जी लगाया सी, इत्थे कॉन्सटेंट लगाया सी ते जी दी असीं वैल्यू दित्ती सी। ते कूलम लॉ दे विच देखिया
ਕੂਲਮ ਲਾ ਦੇ ਵਿੱਚ ਵੀ ਅਸੀਂ F इज इक्वल टू 1/4 पाई एप्सिलॉन 0 कॉन्स्टेंट लगाया सी। अगे की सी Q1 ते Q2 अपॉन R स्क्वायर, मतलब इत्थे भी कॉन्स्टेंट लगाया, किहड़ा लगाया ए वाला लगाया, इत्थे भी कॉन्स्टेंट लगाया, इत्थे नहीं लगाया। हुण इत्थे कॉन्स्टेंट लगना चाहिए है या नहीं चाहिए, इहदा एक राज है जां इहदा एक कॉन्सैप्ट है। देखो कॉन्स्टेंट नूं असीं उदों हटा सकते हाँ जदों उस इक्वेशन दे विच कोई इहो जी क्वांटिटी आ जिहड़ी अज तक फिजिक्स दे विच डिफाइन नहीं हुई, मतलब वो पहली वारी आई आ। जे मैं इत्थे कहां देखो कि इस इक्वेशन दे विच जदों इस इक्वेशन दे विच आपां कॉन्स्टेंट 1 मन्निया सी ना, उहदा लॉजिक ये सी कि आपां फोर्स की डेफिनेशन बनाई सी। इहदे तो इस इक्वेशन तो पहला फोर्स की कोई डेफिनेशन नहीं सी बनी। फोर्स नूं आपां एनालिटिक मैथड दे नाल प्रूव नहीं सी कीता, मतलब वो कोई इक्वेशन नहीं सी बनाई। इत्थे आपां फोर्स की इक्वेशन की बनाई सी कि जेकर 1 किलोग्राम की बॉडी एक्सलरेशन लै ले 1 मीटर पर सैकेंड स्क्वायर तो उहदे ते लगन वाली फोर्स कितनी आ 1 न्यूटन। मतलब देखो प्रपोर्शनल हटा के कॉन्स्टेंट उत्थे नहीं लगता जदों उस इक्वेशन दे विच कोई इहो जी क्वांटिटी आई होवे जिहदी पहला डेफिनेशन या यूनिट ना बनया होवे। इत्थे आपां यूनिट फोर्स का पहली बारी बनाया सी ते डेफिनेशन भी पहली बारी बनाई सी। ते इत्थे दी गल करिए, इत्थे सारियां क्वांटिटीज़ दे यूनिट बन चुके सी। फोर्स का बन चुका सी, मास का किलोग्राम ते आर का मीटर। जे एक भी क्वांटिटी ये इदां दी हुंदी ना जिहदा यूनिट डिफाइन नहीं होया जां जिहदी डेफिनेशन अजे नहीं डिकलेयर हुई, फिर आपां ये जी नूं जीरो कर सकते सी। पर आपां हुण जी नूं जीरो नहीं सी 1 नहीं सी कर सकते, क्योंकि फोर्स की डेफिनेशन आपां न्यूटन के सैकेंड लॉ च बना ली सी। उत्थे असीं कॉन्स्टेंट ऑफ प्रोपोर्शनैलिटी हटाता सी ते हटाउण लई सानूं एक समझौता करना पिया सी कि फोर्स की डेफिनेशन ही इदां बना दो कि के जिहड़ा कॉन्स्टेंट ऑफ प्रोपोर्शनैलिटी होना वो ऑटोमैटिक ही की आ 1 हो जाए। हुण इत्थे की साडे कोल विकल्प आ, इत्थे देखो इत्थे अज तक ई दी डेफिनेशन नहीं बनी, मतलब ई नूं किसी ने इक्वेशन दे विच ते जां डिफाइन करके नहीं समझाया। इत्थे साडे कोलों ये ऑप्शन हैगी आ कि के नूं 1 कर सकते हैं, क्योंकि ई दी डेफिनेशन अज तक इहदा यूनिट नहीं बनया होया। आपां की करते हैं, फोर्स का यूनिट 1 न्यूटन, के असीं 1 लै लिया, अपने कोलों ही वैल्यू लै ली। के दी असीं वैल्यू 1 रखण वास्ते की समझौता कर रहे हैं, ई दी डेफिनेशन बना के देवांगे इस इक्वेशन दे विच। चार्ज असीं लै लिया 1 कूलम, इलैक्ट्रिक फील्ड लै लिया असीं 1 यूनिट। मैं यूनिट तां करके लिखता क्योंकि अजे दा यूनिट बनया नहीं ना। हुण देखो मैं इत्थों इदां भी लिख सकदा, थोड़ा जिहा सौखा हो जाएगा, ई इज इक्वल टू एफ बटा क्यू ते के। क्यू ते के नीचे चले गए। जे आपां के इक्वल टू 1 भरीए इत्थे इस इक्वेशन नूं रहन दिंदे आ, ई 1 यूनिट, फोर्स 1 न्यूटन, क्यू 1 कूलम ते के भी 1। ते जे मैं कहां के नूं मैं 1 रखना वा तो मैं जिवें पहला ही कहा, फिर मैनू ई की डेफिनेशन ही इस तरीके नाल बनाउणी आ भी के 1 हो जाए। तो मैं इस तरीके नाल ई की डेफिनेशन बनाउण लगा वां कि ई इज इक्वल टू 1 यूनिट, कदों 1 न्यूटन पर 1 कूलम। हुण देखो इहदा मतलब की आ, ई 1 यूनिट कदों आ जदों 1 कूलम चार्ज जिहड़ा वा वो फील्ड दे विच 1 न्यूटन फोर्स एक्सपीरियंस करदा वा ना। मान लो इत्थे मेरे कोलों 1 कूलम चार्ज आ ते वो इस जगह दे उपर ए कोई जगह वा फील्ड दे अंदर, इहदे ते वो 1 न्यूटन फोर्स एक्सपीरियंस करदा वा 1 न्यूटन। ते मैं कहूँगा कि इत्थे इलैक्ट्रिक फील्ड कितना वा 1 वा। मैं इत्थों डेफिनेशन बना ली, देखो भावें उपर वाली तो बना लो भावें नीचे वाली तो बना लो। फोर्स 1 न्यूटन, इलैक्ट्रिक फील्ड भी 1 न्यूटन, क्यू भी 1, फोर्स 1, के भी 1, क्यू भी 1, ई भी 1। इक्वेशन बैलेंस है ना, इधर 1 1 इंटू 1 इंटू 1, ये भी 1। तो जे सारे ही 1 वा, ए वाला भी 1, ए के भी 1, क्यू भी 1 तो ई भी 1। इक्वेशन तो मैथेमैटिकली बैलेंस आ। तो असीं नाल यूनिट लगाते कि 1 न्यूटन के
बाहर कढ़ता 1 कह के क्यू 1 कूलम ते इलैक्ट्रिक फील्ड जिहड़ा वा उहदा यूनिट अजे बनना वा यूनिट असीं लिख दिंदे आ ए फोर्स 1 न्यूटन। मतलब इलैक्ट्रिक फील्ड की डेफिनेशन बन गई आ कि इलैक्ट्रिक फील्ड इंटेंसिटी 1 यूनिट उदों होएगी जदों 1 कूलम चार्ज जिहड़ा वा वो 1 न्यूटन फोर्स एक्सपीरियंस करेगा। मतलब जिस जगह के उपर 1 कूलम चार्ज 1 न्यूटन फोर्स एक्सपीरियंस करता ना उस जगह ते इलैक्ट्रिक फील्ड की समर्था जां उहदी इंटेंसिटी कितनी आ 1 यूनिट आ। सो ये इन्हां इक्वेशनस तो क्लीयर हो जाता वा। जे तुसीं इहदे विच कन्फ्यूज भी हो गए तो सीधा सीधा ही मतलब रखो इहदे विच ए वाला कि साडे कोलों इक्वेशन की आई आ F इज इक्वल टू क्यू के ई ते जेकर असी के नू 1 रखना वा तो सानू ई नू डिफाइन करना पैना तो आपां ई नू इस तरीके नाल ही डिफाइन करता वा कि ये की आ फोर्स बटा चार्ज ते फोर्स 1 न्यूटन ते चार्ज 1 कूलम। इलैक्ट्रिक फील्ड की हो गया फोर्स अपॉन चार्ज 1 न्यूटन अपॉन 1 कूलम। इसका मतलब की हो गया कि इलैक्ट्रिक फील्ड इंटेंसिटी इज 1 यूनिट इफ 1 कूलम चार्ज एक्सपीरियंस 1 न्यूटन फोर्स। मैं फिर इधर पंजाबी च दस रहा वां कि जेकर फील्ड दे विच 1 कूलम चार्ज किसी जगह के उत्ते जाके 1 न्यूटन फोर्स एक्सपीरियंस करता वा तो आपां की कहना वा उस जगह ते इलैक्ट्रिक फील्ड कितना वा 1 आ। तो इलैक्ट्रिक फील्ड की डेफिनेशन की आ गई इट इज़ द फोर्स एक्सपीरियंसड बाय द 1 न्यूटन चार्ज। ये फोर्स ही आ मतलब 1 कूलम चार्ज जिन्नी फोर्स फील करता वा वो की बन गया इलैक्ट्रिक फील्ड बन गया। हुण देखो असीं क्या कि मान लो इस जगह का इलैक्ट्रिक फील्ड है 5 का की मतलब आ 5 का मतलब आ कि इत्थे 1 कूलम चार्ज ने कितनी फोर्स फील करनी आ 5 न्यूटन तो जे 2 कूलम आया उहदे ते कितनी फोर्स लगनी आ 10 न्यूटन लगनी आ। सो इलैक्ट्रिक फील्ड की डेफिनेशन ही असी इत्थे बना ली आ के नू खत्म करने वास्ते क्योंकि ई जिहड़ा वा अज तक इहदा यूनिट नहीं सी बनिया इनू डिफाइन नहीं सी कीता इस करके असी कॉन्सटेंट ऑफ प्रपोर्शनैलिटी नू 1 रख लिया। जिथे साडे यूनिट बने हुए आ उत्थे असी कॉन्सटेंट ऑफ प्रपोर्शनैलिटी नू 1 नहीं कर सकते। सो ये सी इलैक्ट्रिक फील्ड की डेफिनेशन। हुण देखो ये जिहड़ा इलैक्ट्रिक फील्ड आ ना इलैक्ट्रिक फील्ड के अंदर एनर्जी हुंदी आ। मान लो कि इत्थे एक चार्ज का फील्ड वा क्यू तो मैं वर्क करा के एक टेस्ट चार्ज नू अंदर लैके आया। हुण मैं वर्क कराया वा तो जदों मैं वर्क करावांगा तो मेरा वर्क की बन जाना एनर्जी बन जाना तो वो जिहड़ी एनर्जी आ ना वो कित्थे जानी आ वो इलैक्ट्रिक फील्ड दे विच स्टोर हो जानी आ। वो वाली एनर्जी नू जरूरी नहीं आ कि इहो यूज़ करे वो वाली एनर्जी नू सोर्स चार्ज भी यूज़ कर सकता वा। सोर्स किवें कर सकता वा मान लो टेस्ट चार्ज असी फोर्स लगा के अंदर बिठाता तो मान लो चिटकनी लाती कि ये चार्ज हुण मूव नहीं करूँगा तो जे हुण दोवां दे विच फोर्स ऑफ रिपल्शन आ तो ये पॉसिबिलिटी है ना कि जे ये पिछे नहीं जाता तो ये पिछे चल जाए क्योंकि ये भी पिछे जा सकता वा सोर्स चार्ज भी तो पिछे मूव कर सकता ना। हुण सोर्स चार्ज कोलों एनर्जी कित्थों आई वो पिछे किद्दां मूव कर गया उहदा कारण ये आ उहदा रीजन की आ कि जदों तुसीं वर्क कराया ना वो वाला वर्क जिहड़ा वा वो एनर्जी के रूप विच इस फील्ड दे विच स्टोर हो गया वा ते इस फील्ड दे विच कोई भी चार्ज पार्टिकल उहदी एनर्जी नूं यूज़ कर सकदा वा। हुण जिवें की आ जिवें मान लो तुहाडे फादर साहब आ वो की कर रहे आ वो आमदन उन्हां दी आ ते वो कमाई करके पैसे लैके आ रहे आ उन्होंने पैसे की आ घर दे विच अलमारी च रखते तो वो पैसे हुण सारे घरदियां ने यूज़ करने आ सारियां दा ही खर्चा वा सारे यूज़ कर सकते आ जेकर सिंगल हैंड अर्निंग आ तो उन्होंने सारे ही करनगे तो वो की आ पिता की इनकम जिहड़ी आ वो की आ सारे घर की एक प्रॉपर्टी बन गई उन्होंने सारे यूज़ कर सकते आ। तो इस तरीके नाल ये जिहड़ा तुसीं इलैक्ट्रिक फील्ड दे विच वर्क कराउंदे जो ये वर्क की आ ये इलैक्ट्रिक फील्ड दे विच स्टोर हो जांदा वा
ਤੇ ਇਲੈਕਟ੍ਰਿਕ ਫੀਲਡ ਦੇ ਵਿੱਚ ਕੋਈ ਤੀਸਰਾ ਚਾਰਜ ਪਾਰਟੀਕਲ ਵੀ ਆਏਗਾ ਨਾ, ਉਹ ਵੀ ਇਸ એનર્ਜੀ ਨੂੰ ਯੂਜ਼ ਕਰ ਸਕਦਾ। ਤੇ ਆਪਾਂ ਇਲੈਕਟ੍ਰਿਕ ਫੀਲਡ ਦਾ ਯੂਨਿਟ ਬਣਾ ਲੈਂਦੇ ਆ। ਇਲੈਕਟ੍ਰਿਕ ਫੀਲਡ ਦਾ ਯੂਨਿਟ ਕੀ ਬਣਿਆ? F/Q ਆ, ਤੇ ਯੂਨਿਟ ਕੀ ਬਣਿਆ ਇਹਦਾ? SI ਯੂਨਿਟ ਨਿਊਟਨ ਪਰ ਕੂਲਮ। ਇਲੈਕਟ੍ਰਿਕ ਫੀਲਡ ਦਾ ਸਾਡੇ ਕੋਲੋਂ ਯੂਨਿਟ ਕੀ ਬਣਿਆ? ਨਿਊਟਨ ਪਰ ਕੂਲਮ। ਦੇਖੋ ਇਲੈਕਟ੍ਰਿਕ ਫੀਲਡ ਇੱਕ ਇਹੋ ਜਿਹੀ ਕੁਆਂਟਿਟੀ ਆ ਜਿਹਦਾ ਇਹ ਇਕੱਲਾ ਯੂਨਿਟ ਨਹੀਂ ਬਣਨਾ, ਨਿਊਟਨ ਪਰ ਕੂਲਮ। ਜਿਵੇਂ ਜਿਵੇਂ ਅਸੀਂ ਫਿਜ਼ਿਕਸ ਦੇ ਵਿੱਚ ਅੱਗੇ ਵਧਾਂਗੇ ਸਾਨੂੰ ਇਲੈਕਟ੍ਰਿਕ ਫੀਲਡ ਦੇ ਹੋਰ ਵੀ ਯੂਨਿਟ ਮਿਲਣਗੇ। ਸੋ ਕਿਹੜੀ ਜਗ੍ਹਾ ਤੇ ਕਿਹੜਾ ਯੂਨਿਟ ਯੂਜ਼ ਹੋਣਾ ਵਾ, ਇਸ ਚੀਜ਼ ਨੂੰ ਤੁਸੀਂ ਬਿਹਤਰ ਤਰੀਕੇ ਨਾਲ ਜਾਣ ਜਾਓਗੇ ਜਦੋਂ ਜਦੋਂ ਅਸੀਂ ਇਸ ਫਿਜ਼ਿਕਸ ਨੂੰ ਅੱਗੇ ਵਧਾਵਾਂਗੇ। ਫੋਰਸ ਦੀ ਇਕੁਏਸ਼ਨ ਬਣਾਈ ਆ F = QE। ਇਲੈਕਟ੍ਰਿਕ ਫੀਲਡ ਦੀ ਇਕੁਏਸ਼ਨਸ ਇੰਟਰੋਡਿਊਸ ਕੀਤੀ। ਇਲੈਕਟ੍ਰਿਕ ਫੀਲਡ ਦਾ ਆਪਾਂ ਜਿਹੜਾ ਸਿੰਬਲ ਆ E ਇਹਦੇ ਵਿੱਚ ਇੰਟਰੋਡਿਊਸ ਕੀਤਾ। ਇਸ ਤੋਂ ਪਹਿਲਾਂ ਦੋ ਚਾਰਜ ਦੇ ਵਿੱਚ ਅਸੀਂ ਫੋਰਸ ਕਿਵੇਂ ਕੱਢੀ ਸੀ? ਕੂਲਮ ਲਾ ਦੇ ਜ਼ਰੀਏ ਕੱਢੀ ਸੀ, R²। ਹੁਣ ਦੇਖੋ ਅਸੀਂ ਇਸ ਇਕੁਏਸ਼ਨ ਦੇ ਵਿੱਚ, ਜਾਂ ਅਸੀਂ ਜਨਰਲ ਜਦੋਂ ਗੱਲ ਕਰਦੇ ਹਾਂ ਅਸੀਂ ਟੈਸਟ ਚਾਰਜ ਹਮੇਸ਼ਾ ਛੋਟਾ ਲੈਣਾ ਵਾ। ਜਿਵੇਂ ਮੰਨ ਲਓ ਅਸੀਂ ਕਹਿੰਦੇ ਹਾਂ ਕਿ ਇੱਕ ਸੋਰਸ ਚਾਰਜ ਨੇ 10 ਯੂਨਿਟ ਫੀਲਡ ਬਣਾਇਆ, ਤੇ ਇੱਕ ਆਪਾਂ ਲਾਗੇ ਹੋਰ ਵੱਡਾ ਚਾਰਜ ਲੈ ਆਏ ਤੇ ਉਹਨੇ ਕੀ ਕੀਤਾ? 3 ਯੂਨਿਟ ਓਪੋਜ਼ਿਟ ਬਣਾਇਆ। ਹੁਣ ਅਲਟੀਮੇਟਲੀ ਉਸ ਜਗ੍ਹਾ ਤੇ ਚਾਰਜ ਕਿੰਨਾ ਰਹਿ ਜਾਣਾ, ਜਾਂ ਉਹਦਾ ਫੀਲਡ ਕਿੰਨਾ ਰਹਿ ਜਾਣਾ ਵਾ? 7 ਰਹਿ ਜਾਣਾ ਵਾ। ਇਹਦਾ ਮਤਲਬ ਅਸੀਂ ਟੈਸਟ ਚਾਰਜ ਨੂੰ ਵੱਡਾ ਨਹੀਂ ਲੈਣਾ। ਜੇ ਟੈਸਟ ਚਾਰਜ ਨੂੰ ਅਸੀਂ ਵੱਡਾ ਲਵਾਂਗੇ ਤੇ ਇਹ ਕੀ ਕਰਦਾ ਵਾ? ਇਹ ਉਸ ਜਗ੍ਹਾ ਦੇ ਫੀਲਡ ਨੂੰ ਪ੍ਰਭਾਵਿਤ ਕਰ ਜਾਂਦਾ ਵਾ। ਹੁਣ ਆਪਾਂ ਇੱਥੇ ਗੱਲ ਕਰਦੇ ਹਾਂ ਕਿ ਇੱਕ Q ਚਾਰਜ ਆ ਤੇ ਇੱਥੇ ਇੱਕ ਟੈਸਟ ਚਾਰਜ ਵਾ +Q, ਤੇ ਆਪਾਂ ਇਹਨਾਂ ਦੇ ਵਿੱਚ ਫੋਰਸ ਦੇਖਦੇ ਹਾਂ ਤੇ ਫੋਰਸ ਸਾਡੇ ਕੋਲੋਂ ਕੀ ਆ? ਇਸ ਫਾਰਮੂਲੇ ਦੇ ਮੁਤਾਬਕ ਕੂਲਮ ਲਾ ਦੇ ਜ਼ਰੀਏ ਸਾਨੂੰ ਮਿਲ ਜਾਂਦੀ ਆ। ਤੇ ਹੁਣ ਦੇਖੋ ਜੇਕਰ ਅਸੀਂ ਇਲੈਕਟ੍ਰਿਕ ਫੀਲਡ ਦੀ ਇਕੁਏਸ਼ਨ ਬਣਾਉਣੀ ਆ ਟੈਸਟ ਚਾਰਜ ਦੇ ਬਿਹਾਫ ਤੇ ਟੈਸਟ ਚਾਰਜ ਦੇ ਬਿਹਾਫ ਤੇ ਸਾਡੇ ਕੋਲੋਂ ਇਕੁਏਸ਼ਨ ਕੀ ਬਣੇਗੀ? F/Q। ਇਹਦੇ ਵਿੱਚ ਆ ਜਿਹੜਾ Q ਆਇਆ ਵਾ ਇਹ ਕੀ ਆ? ਟੈਸਟ ਚਾਰਜ ਆ। ਤੇ ਜੇ ਆਪਾਂ ਇਦਾਂ ਕਹੀਏ ਕਿ ਇਲੈਕਟ੍ਰਿਕ ਫੀਲਡ ਦੀ ਇਕੁਏਸ਼ਨ ਬਣਾਓ ਪਰ ਉਹਦੇ ਵਿੱਚ ਸੋਰਸ ਚਾਰਜ ਆਵੇ, ਕਿਉਂਕਿ ਇਲੈਕਟ੍ਰਿਕ ਫੀਲਡ ਹੈਗਾ ਕਿਹਦੇ ਕਰਕੇ ਆ? ਸੋਰਸ ਚਾਰਜ ਕਰਕੇ ਆ ਨਾ। ਇਹ ਦੇਖੋ ਇਹ ਤੇ ਇੱਕ ਗੱਲ ਹੋ ਗਈ ਨਾ, ਜਦੋਂ ਆਪਾਂ ਆਹ ਗੱਲ ਇਹ ਵਾਲੀ ਇਕੁਏਸ਼ਨ ਬਣਾਉਂਦੇ ਆ ਆਪਾਂ ਕਹਿੰਦੇ ਆ ਕਿ ਇਸ ਚਾਰਜ ਦਾ ਫੀਲਡ ਵਾ ਤੇ ਇਸ Q ਨੂੰ ਆਪਾਂ ਲਾਗੇ ਲੈ ਕੇ ਆ ਰਹੇ ਆ। ਇਸ ਜਗ੍ਹਾ ਤੇ ਦੇਖਿਆ ਕਿ ਕਿੰਨੀ ਫੋਰਸ ਐਕਸਪੀਰੀਅੰਸ ਕਰਦਾ। ਟੈਸਟ ਚਾਰਜ ਨੇ ਨੋਟ ਕੀਤਾ ਕਿ ਇਸ ਜਗ੍ਹਾ ਤੇ ਕਿੰਨੀ ਫੋਰਸ ਐਕਸਪੀਰੀਅੰਸ ਕਰਦਾ, ਤੇ ਜੇ ਟੈਸਟ ਚਾਰਜ 1 ਕੂਲਮ ਆ ਉਹਨੇ ਕਿਹਾ ਮੈਂ ਇੱਥੇ 5 ਨਿਊਟਨ ਫੋਰਸ ਐਕਸਪੀਰੀਅੰਸ ਕਰਦਾ। ਉਹਨੇ ਆਪਣੇ ਹਿਸਾਬ ਨਾਲ ਕਹਿਤਾ, ਆਪਣੇ ਹਿਸਾਬ ਨਾਲ, ਕਿ ਇਕੁਏਸ਼ਨ ਆ ਬਣਦੀ ਆ F/Q। ਇੱਥੇ ਰੈਫਰੈਂਸ ਕੀ ਆ? ਇੱਥੇ ਰੈਫਰੈਂਸ ਟੈਸਟ ਚਾਰਜ ਆ। ਉਹਨੇ ਸੋਰਸ ਚਾਰਜ ਨੂੰ ਕੋਈ ਅਪਰੋਚ ਨਹੀਂ ਕੀਤੀ, ਉਹ ਉਹਦੇ ਫੀਲਡ ਦੇ ਵਿੱਚ ਗਿਆ ਤੇ ਵੱਖਰੀ ਵੱਖਰੀ ਜਗ੍ਹਾ ਤੇ ਖਲੋ ਕੇ ਉਹਨੇ ਦੇਖਿਆ ਕਿ ਇਸ ਜਗ੍ਹਾ ਤੇ ਮੈਨੂੰ ਇੰਨੀ ਫੋਰਸ ਲੱਗੀ ਆ, ਇਸ ਜਗ੍ਹਾ ਤੇ ਇੰਨੀ ਲੱਗੀ ਆ, ਤੇ ਉਹਦੇ ਮੁਤਾਬਕ ਆਪਣੀ ਇੱਕ ਥਿਊਰੀ ਦੇਤੀ ਆ ਕਿ ਇਸ ਜਗ੍ਹਾ ਤੇ ਇੰਨਾ ਫੀਲਡ ਵਾ। ਪਰ ਜੇ ਹੁਣ ਇਸ ਸੋਰਸ ਚਾਰਜ ਨੂੰ ਪੁੱਛੀਏ ਕਿ ਤੇਰਾ ਕਿਸ ਜਗ੍ਹਾ ਤੇ ਕਿੰਨਾ ਚਾਰਜ ਆ, ਇਹ ਤੇ ਟੈਸਟ ਚਾਰਜ ਨੇ ਮਹਿਸੂਸ ਕੀਤਾ ਸੀ ਨਾ, ਪਰ ਜਿਹਨੇ ਬਣਾਇਆ ਉਹਨੂੰ ਪੁੱਛੀਏ ਵੀ ਤੂੰ ਕਿਸ ਜਗ੍ਹਾ ਤੇ ਕਿੰਨਾ ਬਣਾਇਆ ਵਾ। ਮੇਰੇ ਕਹਿਣ ਦਾ ਮਤਲਬ ਇਹ ਆ ਕਿ ਅਸੀਂ ਇਦਾਂ ਦੀ ਇਲੈਕਟ੍ਰਿਕ ਫੀਲਡ ਦੀ ਇਕੁਏਸ਼ਨ ਬਣਾਈਏ ਜਿਹਦੇ ਵਿੱਚ ਸੋਰਸ ਚਾਰਜ ਆਵੇ, Q ਆ ਜੇ। ਇੱਥੇ ਛੋਟਾ Q ਆਇਆ, ਟੈਸਟ ਆਇਆ, ਸੋਰਸ ਆ ਜੇ। ਹੁਣ ਦੇਖੋ ਸਾਡੇ ਕੋਲੋਂ ਇਸ ਇਕੁਏਸ਼ਨ ਦੇ ਵਿੱਚ ਫੋਰਸ ਦੀ ਇਕੁਏਸ਼ਨ ਕੀ ਆ? ਕੂਲਮ ਲਾ ਵਾ। ਅਸੀਂ ਕੂਲਮ ਲਾ ਯੂਜ਼ ਕਰ ਸਕਦੇ ਹਾਂ। F = 1/4πε0 Q। ਟੈਸਟ ਚਾਰਜ ਨੇ ਕਿਹਾ ਕਿ ਇਲੈਕਟ੍ਰਿਕ ਫੀਲਡ ਇੰਨਾ ਵਾ, ਤੇ ਕੂਲਮ ਲਾ ਨੇ ਕਿਹਾ ਕਿ ਫੋਰਸ ਇੰਨੀ ਆ। ਜੇਕਰ ਇਹਨਾਂ ਦੇ ਵਿੱਚ ਦੂਰੀ r ਆ, ਹੁਣ ਦੇਖੋ ਸਥਿਤੀ ਤਾਂ ਇੱਕੋ ਹੀ ਆ ਨਾ, ਇੱਕੋ ਸਥਿਤੀ ਨੂੰ ਦੋ ਨਜ਼ਰੀਏ ਨਾਲ ਦੇਖਿਆ ਜਾ ਰਿਹਾ ਵਾ। ਟੈਸਟ ਚਾਰਜ ਕਹਿੰਦਾ ਕਿ ਫੀਲਡ ਦੇ ਹਿਸਾਬ ਦੇ ਨਾਲ ਦੱਸਦਾ ਕਿ ਫੋਰਸ ਕਿੰਨੀ ਆ? E ਤੇ Q ਦੀ ਗੁਣਾ। ਫੋਰਸ E ਤੇ Q ਦੀ ਗੁਣਾ ਉਹਨੇ ਆਪਣੇ ਹਿਸਾਬ ਨਾਲ ਦੱਸਿਆ ਵਾ, ਤੇ ਕੂਲਮ ਨੇ ਆਪਣੇ ਹਿਸਾਬ ਨਾਲ ਦੱਸਿਆ। ਹੁਣ ਇੱਕੋ ਸਥਿਤੀ ਨੂੰ ਦੋ ਤਰੀਕੇ ਨਾਲ ਦੇਖਿਆ ਜਾ ਰਿਹਾ। ਇਹਦਾ ਮਤਲਬ ਇਹ ਵਾਲੀ ਫੋਰਸ ਜਿਹੜੀ ਟੈਸਟ ਚਾਰਜ ਫੀਲ ਕਰਦਾ ਪਿਆ ਵਾ, ਤੇ ਇਹ ਵਾਲੀ ਫੋਰਸ ਜਿਹੜੀ ਕੂਲਮ ਨੇ ਸੁਜੈਸਟ ਕੀਤੀ ਆ, ਇਹ ਕੀ ਆ? ਇੱਕੋ ਹੀ ਫੋਰਸ ਆ, ਸਿਰਫ ਨਜ਼ਰੀਆ ਵੱਖਰਾ ਵੱਖਰਾ ਵਾ। ਆਪਾਂ ਇਸ ਫੋਰਸ ਨੂੰ ਇਸ ਇਕੁਏਸ਼ਨ 'ਚ ਭਰ ਦਿੰਦੇ ਆ। ਇਹ ਸਾਡੀ 1 ਨੰਬਰ ਆ, ਇਹ ਸਾਡੀ 2 ਨੰਬਰ ਆ।
एक नंबर दे विच 2 नंबर वाली वैल्यू भरांगे फ्रॉम 1 एंड 2, 1 ते 2 तो असी कंकलूड किया E इज इक्वल टू 1/4 पाई एप्सिलॉन 0 ते Q K R स्क्वायर ते एक नीचे छोटा Q। हुण देखो यह दोनों कट्टे गए आ ते इलैक्ट्रिक फील्ड की साडे कोलों इक्वेशन आई आ 1/4 पाई एप्सिलॉन 0 Q अपॉन R स्क्वायर। ते इस इक्वेशन दे विच कौन वा, यह कौन आ, सोर्स चार्ज आ। ये साडे कोलों इलैक्ट्रिक फील्ड की इक्वेशन आई आ ऑन द बिहाफ ऑफ सोर्स चार्ज। ते यह इलैक्ट्रिक फील्ड की इक्वेशन की आ टेस्ट चार्ज के बिहाफ ते, यह सोर्स चार्ज के बिहाफ ते। हुण देखो असी इलैक्ट्रोस्टैटिक पोटैंशियल की डेफिनेशन की सी ना कि एक चार्ज नूं इनफिनिटी तो चुक के लियाउणा, इनफिनिटी तो चुक के किसी दूसरे चार्ज के फील्ड दे विच रखण लई कीता गया काम। उत्थे आपां शब्द वरतिया सी इनफिनिटी, कि इनफिनिटी तो चुक के लियाउणा। असी सीधा क्यों नहीं कहते कि जिवें इत्थे एक चार्ज का सोर्स चार्ज का फील्ड आ, असी सीधा क्यों नहीं कहते कि फील्ड के बाहरों 5 मीटर दूरों चुक के लियाउणा या 10 मीटर दूरों चुक के लियाउणा। असी ये वाला रैफरेंस कित्थे रखिया होया, इनफिनिटी दे रखिया कि इनफिनिटी तो चुक के लियाउणा। मैं उसदा कारण दसन लगा। देखो सोर्स चार्ज द्वारा पैदा किया गया फील्ड, उसकी इक्वेशन की आ ई आ। हुण जे मैं कहां कि ई अप्रोचस टू 0, मान लो ई 0 हो जे, ई 0 कित्थे होनी आ, सोर्स चार्ज वास्ते इलैक्ट्रिक फील्ड, सोर्स चार्ज का इलैक्ट्रिक फील्ड 0 कित्थे होना वा, जदों ए वाली आर की आ अप्रोचस टू इनफिनिटी। मतलब इस इक्वेशन का फिजिकली मतलब यह आ कि एक सोर्स चार्ज का फील्ड इनफिनिटी तक फैलिया हुंदा है। हुण देखो इस इक्वेशन को दोबारा फिर देखो, एक टेस्ट चार्ज आ Q ते उहदा आले दुआले की आ इलैक्ट्रिक फील्ड वा, ते जिन्ना R घट वा इक्वेशन ते डायरैक्टली इदां ही बनदी आ Q अपॉन R स्क्वायर, क्योंकि 1/4 पाई एप्सिलॉन 0 की आ 1/4 पाई एप्सिलॉन 0 ते कांस्टेंट आ। R ज़्यादा वा ते E छोटा वा, मतलब दूरी ज़्यादा वा। जे कहा जाए कि इस जगह ते इलैक्ट्रिक फील्ड कड्डो ते बाद विच कहा जाए इस जगह ते कड्डो, सानू पता जिवें जिवें R वधेगा तिवें तिवें इलैक्ट्रिक फील्ड कमज़ोर होएगा, वो तो सानू पता है। दूजी गल भी सानू पता है कि जे सोर्स चार्ज की समर्था घटूगी तो तां इलैक्ट्रिक फील्ड कमज़ोर होएगा। तो एक गल इत्थे देखो, जेकर R अप्रोचस टू इनफिनिटी हो जाए तो E की आ, E अप्रोचस टू 0 हो जाना। तो आपां इस करके कहने कि इलैक्ट्रिक फील्ड एक चार्ज का इलैक्ट्रिक फील्ड इनफाइनाइट डिस्टेंस तक खिलरिया हुंदा वा। ते जदों असीं कहने ना कि इनफिनिटी तो चुक के फील्ड दे विच लैके आउणा, असल दे विच इहदा फील्ड ही इनफिनिटी तक वा। ते आपां इह मन्निया होया वा कि मान लो इनफिनिटी तक फील्ड वा ते इनफिनिटी तो मान लो 1 मीटर दूर जां इनफिनिटी तो 1 मीटर बाहर जां 2 मीटर बाहर। हुण जदों असीं कहने ना इनफिनिटी तो 1 मीटर बाहर जां 2 मीटर बाहर, वो भी गल की होनी आ, वो भी इनफिनिटी होनी आ। मेरे कहने का मतलब इनू इदां समझना वा कि जिहड़ा चार्ज का फील्ड वा ना, यह इक्वेशन कहती आ कि वह इनफिनिटी तक हुंदा वा। हुण इनफिनिटी तक इहदा फील्ड खिलरिया होया वा ते साडी डेफिनेशन ने की किया कि इनफिनिटी तो चुक के लियाउणा वा फील्ड दे अंदर। उत्थे इनफिनिटी तो चुक के लियाउण दा मतलब यह आ कि जिथों तक इहदा फील्ड वा ना उहदे तो बाहरों चुकना वा, बाहरों चुक के अंदर लियाउणा वा। ते इनफिनिटी शब्द तां लाता क्योंकि इहदा फील्ड ही इनफिनिटी तक वा। ते जे इनफिनिटी तक इहदा फील्ड वा ते असीं इनफिनिटी तो 2 मीटर बाहरों चुक के लियाउणा। हुण इनफिनिटी प्लस 2 कहण दी बजाए असीं डेफिनेशन च भी की कही जा रहे हैं, इनफिनिटी तो ही चुक के लियाउणा वा। सो ये साडे कोलों 2 इक्वेशनस आ। एक इक्वेशन असीं इलैक्ट्रिक फील्ड की टेस्ट चार्ज के हिसाब नाल बनाई आ ते एक इक्वेशन आपां बनाई आ सोर्स चार्ज के हिसाब दे नाल। जिवें जिवें सानू जरूरत पएगी इन्हां दोनां दे विचों असीं कोई भी वरत सकदे हां।